ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਤਿਆਰੀ ਜੋਰਾਂ ਸ਼ੋਰਾਂ ਤੇ ਸ਼ੁਰੂ ਕਰ ਦਿੱਤੀ ਹੋਊਗੀ ਤੁਸੀਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਟੂਡੈਂਟਸ, ਸੁਖੇਜਾ ਟਿਊਸ਼ਨਸ ਨੇ ਸਭ ਤੋਂ ਪਹਿਲਾਂ ਐਨਟੀਟੀ ਦੀ ਤਿਆਰੀ ਤੁਹਾਡੀ ਸਟਾਰਟ ਕਰਵਾ ਦਿੱਤੀ ਹੈ। ਆਪਣੀਆਂ 2 ਲੈਕਚਰਸ ਹਲੇ ਚੱਲ ਰਹੇ ਹੈ, 2 ਸਬਜੈਕਟਸ ਤੇ ਆਪਣੇ ਲੈਕਚਰ ਚੱਲ ਰਹੇ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਾਰੇ ਆਪਣੇ ਸਟਾਰਟ ਹੋ ਜਾਣਗੇ। ਸਾਰੇ ਲੈਕਚਰਸ ਨੂੰ ਰੈਗੂਲਰ ਅਟੈਂਡ ਕਰਿਆ ਕਰੋ, ਆਪਣੇ ਨੋਟਸ ਬਣਾਉਣੇ ਸ਼ੁਰੂ ਕਰ ਦਿਓ। ਠੀਕ ਹੈ ਸਟੂਡੈਂਟਸ, ਇਹ ਜਿਹੜਾ ਹੈਗਾ ਜੀ ਲੈਕਚਰ ਪੋਲਿਸੀਜ਼ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਉਹ ਵਾਲਾ ਹੈਗਾ ਤੁਹਾਡਾ ਪਾਰਟ ਈ ਦੇ ਵਿੱਚ ਜੋ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਹੈ। ਇਹਦੇ ਆਪਣੇ 5 ਲੈਕਚਰਸ ਹੋ ਚੁੱਕੇ ਹੈ। ਅੱਜ ਆਪਣਾ 6th ਲੈਕਚਰ ਹੈ। ਆਪਾਂ ਕੋਵਨੀਅਸ, ਰੋਬੇਟ, ਓਵੇਨ, ਉਸ ਤੋਂ ਬਾਅਦ ਫਰੋਵਿਲ, ਉਸ ਤੋਂ ਬਾਅਦ ਆਪਾਂ ਨੇ ਮੈਕਮਿਲਨ, ਇਹ ਆਪਾਂ ਨੇ ਚੀਜ਼ਾਂ ਪੜ੍ਹੀਆਂ ਨੇ। ਠੀਕ ਹੈ, ਮਾਰੀਆ ਮੋਂਟੇਸਰੀ ਬਾਰੇ ਪੜ੍ਹਿਆ ਸੀ। ਅੱਜ ਉਹਨਾਂ ਦੀ ਮੈਂ ਡਿਟੇਲ ਇੱਕ ਲੈਕਚਰ ਤੁਹਾਡੇ ਲਈ ਲੈ ਕੇ ਆਈ ਹਾਂ। ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਮਾਰੀਆ ਮੋਂਟੇਸਰੀ ਕੌਣ ਸੀਗੇ, ਉਹਨਾਂ ਨੇ ਕਿਵੇਂ ਆਪਣਾ ਨਰਸਰੀ ਸਕੂਲਸ ਦੇ ਵਿੱਚ ਕੀ ਯੋਗਦਾਨ ਪਾਇਆ, ਉਹਨਾਂ ਦੇ ਕੀ ਸਿਧਾਂਤ ਸੀ, ਕੀ ਪ੍ਰਿੰਸੀਪਲ ਸੀ। ਠੀਕ ਹੈ ਜੀ, ਕਲੀਅਰ ਹੈ ਸਾਰਿਆਂ ਨੂੰ। ਲੈਕਚਰਸ ਕਿਵੇਂ ਲੱਗ ਰਹੇ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅਗਰ ਤੁਹਾਨੂੰ ਇਹ ਵੀਡੀਓ ਤੁਹਾਡੇ ਯੂਜ਼ਫੁਲ ਲੱਗਦੀ ਹੈ, ਤੁਹਾਡੇ ਲਈ ਫਾਇਦੇਮੰਦ ਲੱਗਦੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ। ਠੀਕ ਹੈ ਜੀ, ਕੋਮਨੀਅਸ ਆਪਾਂ ਪੜ੍ਹ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਓਵੇਨ ਪੜ੍ਹ ਚੁੱਕੇ ਹਾਂ, ਫਰੋਵਿਲ ਪੜ੍ਹ ਚੁੱਕੇ ਹਾਂ। ਠੀਕ ਹੈ ਜੀ, ਇਹ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੇ ਮੈਕਮਿਲਨ, ਰਿਚੇਲ ਮੈਕਮਿਲਨ, ਇਹ ਸਾਰੇ ਆਪਾਂ ਪੜ੍ਹ ਚੁੱਕੇ ਹਾਂ। ਅੱਜ ਆਪਾਂ ਪੜ੍ਹਾਂਗੇ ਜੀ ਮਾਰੀਆ ਮੋਂਟੇਸਰੀ। ਠੀਕ ਹੈ, ਮਾਰੀਆ ਮੋਂਟੇਸਰੀ ਬਾਰੇ ਅੱਜ ਆਪਾਂ ਪੜ੍ਹਾਂਗੇ, ਜੋ ਕਿ ਮੋਂਟੇਸਰੀ ਐਜੂਕੇਸ਼ਨ ਨੂੰ ਲੈ ਕੇ ਆਏ ਸੀ। ਕੀ ਇਹਨਾਂ ਦਾ ਰੋਲ ਰਿਹਾ ਹੈ, ਬਹੁਤ ਹੀ ਧਿਆਨ ਨਾਲ ਸਮਝਣਾ। ਠੀਕ ਹੈ, ਮਾਰੀਆ ਮੋਂਟੇਸਰੀ ਕੌਣ ਸੀਗੇ? ਡਾਕਟਰ ਮਾਰੀਆ ਮੋਂਟੇਸਰੀ ਇਟਲੀ ਦੇ ਇਟਾਲੀਅਨ ਸੀਗੇ। ਠੀਕ ਹੈ, ਇਟਾਲੀਅਨ ਸਿੱਖਿਅਕ ਅਤੇ ਡਾਕਟਰ ਸੀ। ਠੀਕ ਹੈ, ਕੌਣ ਸੀਗੇ? ਇਟਲੀ ਦੇ ਰਹਿਣ ਵਾਲੇ ਇੱਕ ਸਿੱਖਿਅਕ ਤੇ ਡਾਕਟਰ ਸੀ। ਇਟਾਲੀਅਨ ਸਿੱਖਿਅਕ ਅਤੇ ਡਾਕਟਰ ਸੀ, ਜਿਸ ਨੇ ਕੀ ਕੀਤਾ ਸੀ? ਬੱਚਿਆਂ ਦੀਆਂ ਕੁਦਰਤੀ ਸਿੱਖਣ ਦੀਆਂ ਯੋਗਤਾਵਾਂ। ਠੀਕ ਹੈ, ਬੱਚਿਆਂ ਦੇ ਵਿੱਚ ਜੋ ਕੁਦਰਤੀ ਸਿੱਖਣ ਦੀਆਂ ਯੋਗਤਾਵਾਂ ਹੁੰਦੀਆਂ ਨੇ, ਯੋਗਤਾਵਾਂ ਦੇ ਆਪਣੇ ਨਿਰੀਖਣਾਂ ਦੇ ਆਧਾਰ ਤੇ ਸਿੱਖਿਆ ਦੀ ਮੋਂਟੇਸਰੀ ਵਿਧੀ ਵਿਕਸਿਤ ਕੀਤੀ ਸੀ। ਠੀਕ ਹੈ, ਇਹ ਇੰਪੋਰਟੈਂਟ ਚੀਜ਼ ਹੈ ਕਿ ਜਿਸ ਨੇ ਬੱਚਿਆਂ ਦੀਆਂ, ਠੀਕ ਹੈ, ਜਿਹੜੇ ਕਿ ਬੱਚੇ ਹੁੰਦੇ ਆ ਜੋ ਉਹਨਾਂ ਦੇ ਵਿੱਚ ਕੁਦਰਤੀ ਸਿੱਖਣ ਦੀਆਂ ਯੋਗਤਾਵਾਂ ਹੁੰਦੀਆਂ ਨੇ। ਠੀਕ ਹੈ, ਜਿਸ ਨੇ ਬੱਚਿਆਂ ਦੀਆਂ ਕੁਦਰਤੀਆਂ ਸਿੱਖਣ ਦੀਆਂ ਯੋਗਤਾਵਾਂ ਦੇ ਆਪਣੇ ਨਿਰੀਖਣਾਂ ਦੇ ਆਧਾਰ ਤੇ ਜੋ ਉਹਨਾਂ ਨੇ ਵਿਜ਼ੂਅਲਾਈਜ਼ ਕੀਤਾ, ਨਿਰੀਖਣ ਕੀਤਾ, ਸਟੱਡੀ ਕੀਤੀ, ਉਸ ਦੇ ਆਧਾਰ ਤੇ ਸਿੱਖਿਆ ਦੀ ਮੋਂਟੇਸਰੀ ਵਿਧੀ ਵਿਕਸਿਤ ਕੀਤੀ। ਠੀਕ ਹੈ, ਤਾਂ ਇੱਥੇ ਇੱਕ ਕੁਐਸਚਨ ਵੀ ਬਣਦਾ ਹੈ, ਮੋਂਟੇਸਰੀ ਵਿਧੀ, ਸਿੱਖਿਆ ਦੀ ਮੋਂਟੇਸਰੀ ਵਿਧੀ ਕਿਸਨੇ ਵਿਕਸਿਤ ਕੀਤੀ? ਮਾਰੀਆ ਮੋਂਟੇਸਰੀ ਨੇ। ਠੀਕ ਹੈ, ਉਸ ਤੋਂ ਬਾਅਦ ਮਾਰੀਆ ਮੋਂਟੇਸਰੀ ਦੇ ਕੰਮ ਨੇ, ਜੋ ਮਾਰੀਆ ਮੋਂਟੇਸਰੀ ਨੇ ਕੰਮ ਕੀਤਾ, ਉਸ ਦੇ ਕੰਮ ਨੇ ਸਿੱਖਿਆ ਉੱਤੇ ਡੂੰਘਾ ਪ੍ਰਭਾਵ ਪਾਇਆ। ਠੀਕ ਹੈ, ਸਿੱਖਿਆ ਉੱਤੇ ਕੀ ਕੀਤਾ ਜੀ? ਇੱਕ ਡੂੰਘਾ ਪ੍ਰਭਾਵ ਪਾਇਆ ਅਤੇ ਉਸ ਨੂੰ ਹਰ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਅਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਤੇ ਉਸ ਨੂੰ ਮਤਲਬ ਹਰ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਅਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਠੀਕ ਹੈ, ਮਾਰੀਆ ਮੋਂਟੇਸਰੀ ਨੂੰ ਪ੍ਰਭਾਵਸ਼ਾਲੀ ਸਿੱਖਿਅਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਠੀਕ ਹੈ, ਮਾਰੀਆ ਮੋਂਟੇਸਰੀ ਕੌਣ ਸੀ ਜੀ? ਮਾਰੀਆ ਮੋਂਟੇਸਰੀ ਇੱਕ ਇਟਲੀ ਦੇ ਇਟਾਲੀਅਨ ਸਿੱਖਿਅਕ ਅਤੇ ਡਾਕਟਰ ਸੀ, ਜਿਨ੍ਹਾਂ ਨੇ ਬੱਚਿਆਂ ਦੀਆਂ ਕੁਦਰਤੀ ਸਿੱਖਣ, ਠੀਕ ਹੈ, ਵੀ ਉਹ ਕੁਦਰਤੀ ਕਿਵੇਂ ਸਿੱਖ ਸਕਦੇ ਆ, ਉਹਨਾਂ 'ਚ ਕੀ ਯੋਗਤਾਵਾਂ ਹੁੰਦੀਆਂ ਨੇ, ਠੀਕ ਹੈ, ਦੀਆਂ ਯੋਗਤਾਵਾਂ ਦੇ ਆਪਣੇ ਨਿਰੀਖਣਾਂ ਦੇ ਆਧਾਰ ਉੱਤੇ ਸਿੱਖਿਆ ਦੀ ਮੋਂਟੇਸਰੀ ਵਿਧੀ ਵਿਕਸਿਤ ਕੀਤੀ। ਠੀਕ ਹੈ, ਮਾਰੀਆ ਮੋਂਟੇਸਰੀ ਦੇ ਕੰਮ ਨੇ ਸਿੱਖਿਆ ਉੱਤੇ ਡੂੰਘਾ ਪ੍ਰਭਾਵ ਪਾਇਆ। ਠੀਕ ਹੈ, ਫਿਰ ਜਿਹੜਾ ਮਾਰੀਆ ਮੋਂਟੇਸਰੀ ਦਾ ਕੰਮ ਸੀ, ਉਸਨੇ ਸਿੱਖਿਆ ਉੱਤੇ ਕੀ ਕੀਤਾ ਜੀ? ਡੂੰਘਾ ਪ੍ਰਭਾਵ ਪਾਇਆ ਅਤੇ ਉਸਨੇ ਹਰ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਅਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤੇ ਉਸ ਨੂੰ ਕੀ ਮੰਨਿਆ ਜਾਂਦਾ ਹੈ ਜੀ? ਹਰ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਅਕਾਂ, ਠੀਕ ਹੈ, ਪ੍ਰਭਾਵਸ਼ਾਲੀ ਸਿੱਖਿਅਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਲੀਅਰ ਹੈ ਜੀ? ਕੀ ਕੁਐਸਚਨ ਪੁੱਛ ਸਕਦੇ ਆ ਇਹਦੇ ਵਿੱਚੋਂ ਕਿ ਸਿੱਖਿਆ ਦੀ ਯੋਗਤਾਵਾਂ ਦੇ ਆਪਣੇ ਨਿਰੀਖਣਾਂ ਦੇ ਆਧਾਰ ਤੇ ਸਿੱਖਿਆ ਦੀ ਮੋਂਟੇਸਰੀ ਵਿਧੀ ਕਿਸਨੇ ਵਿਕਸਿਤ ਕੀਤੀ? ਕਿਸਨੇ ਵਿਕਸਿਤ ਕੀਤੀ ਜੀ? ਮਾਰੀਆ ਮੋਂਟੇਸਰੀ ਨੇ। ਕਲੀਅਰ ਹੈ? ਸਮਝ ਆ ਗਿਆ ਫਸਟ ਪੈਰਾਗ੍ਰਾਫ ਕੀ ਇਹਨਾਂ ਨੇ ਲਿਖਿਆ ਹੋਇਆ ਹੈ? ਠੀਕ ਹੈ, ਚੱਲੀਏ ਆਪਾਂ ਅੱਗੇ। ਆਓ ਜੀ, ਮਾਰੀਆ ਮੋਂਟੇਸਰੀ ਸਿਧਾਂਤ ਕੀ ਹੈ?
मारिया मोंटेसरी थ्योरी की है, ठीक है। मारिया मोंटेसरी दी सिद्धांत अगे पढ़ाए जाएंगे, इन्हों सिद्धांत भी कह सकते हो या थ्योरी भी कह सकते हो तुसी, ठीक है। मारिया मोंटेसरी सिद्धांत की है। मारिया मोंटेसरी थ्योरी एक विद्यक पहुँच है। इत्थे बच्चे तुसी एक बार थ्योरी ही लिखो, सिद्धांत मैं अगे लेके आई हाँ, उत्थे आप अगे पढ़ांगे। मारिया मोंटेसरी थ्योरी की है। मारिया मोंटेसरी थ्योरी एक विद्यक पहुँच है। यह की है जी, एक विद्यक पहुँच है जो व्यक्तिगत हदायतां अते स्वै रफ्तार सिੱਖਣ उत्ते जोर दिंदी है, ठीक है। यह एक विद्यक पहुँच है कि सिੱਖਣ व्यक्तिगत हदायतां, ठीक है, ते स्वै रफ्तार अपनी ही रफ्तार नाल सिੱਖਣ उत्ते जोर दिंदी है। यह इस विश्वास उत्ते आधारित है कि बच्चे कुदरती तौर उत्ते उत्सुक हुंदे हन अते सुतंत्र तौर उत्ते सिੱਖਣ ਦੇ ਯੋਗ ਹੁੰਦੇ ਹਨ, ठीक है। मारिया मोंटेसरी थ्योरी ਦੇ ਵਿੱਚ ਕੀ ਦੱਸਿਆ ਗਿਆ ਹੈ, ਇੱਕ ਵਿਦਿਅਕ ਪਹੁੰਚ ਹੈ, ठीक है जी। यह की है, यह एक विद्यक पहुँच है जो व्यक्तिगत हदायतां ਅਤੇ स्वै रफ्तार सिੱਖਣ उत्ते जोर दिंदी है। व्यक्तिगत हदायतां ਅਤੇ स्वै रफ्तार सिੱਖਣ उत्ते जोर दिंदी है। इस विच की विश्वास दिलाया गया है, यह इस विश्वास उत्ते आधारित है कि बच्चे कुदरती तौर मतलब कुदरत वल्लों ही सिੱਖਣ ਦੇ ਉਤਸੁਕ ਹੁੰਦੇ ਹਨ ਅਤੇ ਸੁਤੰਤਰ ਤੌਰ ਤੇ ਉਹ ਸਿੱਖਣ ਦੇ ਯੋਗ ਹੁੰਦੇ ਹਨ, ਠੀਕ ਹੈ। ਹੁਣ ਜਿਵੇਂ ਕੋਈ ਬੱਚਾ ਹੈ, ਕੋਈ ਛੋਟਾ ਬੱਚਾ ਹੈ, ਉਹ ਸਾਰੀਆਂ ਚੀਜ਼ਾਂ ਆਪੀ ਹੀ ਕੁਦਰਤੀ ਤੌਰ ਤੇ ਹੀ ਸਿੱਖਦਾ ਜਾਂਦਾ ਹੈ, ਠੀਕ ਹੈ। ਜੋ ਆਪਾਂ ਬੋਲਦੇ ਹਾਂ, ਜਿਵੇਂ ਆਪਾਂ ਖਾਂਦੇ ਹਾਂ, ਜਿਵੇਂ ਆਪਾਂ ਪੀਂਦੇ ਹਾਂ, ਉਹ ਆਲਰੇਡੀ ਸਾਰਾ ਆਪਾਂ ਨੂੰ ਦੇਖ ਦੇਖ ਕੇ ਸਿੱਖਦਾ ਹੈ, ਠੀਕ ਹੈ। ਕੁਦਰਤੀ ਤੌਰ ਉੱਤੇ ਉਤਸੁਕ ਹੁੰਦੇ ਹਨ, ਸਿੱਖਣ ਦੇ ਉਤਸੁਕ ਹੁੰਦੇ ਹਨ ਤੇ ਸੁਤੰਤਰ ਤੌਰ ਤੇ ਸਿੱਖਣ ਦੇ ਯੋਗ ਹੁੰਦੇ ਆ ਤੇ ਸੈਲਫ ਉਹ ਆਪਣੇ ਇੰਡੀਪੈਂਡੈਂਟ ਹੁੰਦੇ ਆ ਕਿ ਉਹ ਸੁਤੰਤਰ ਤੌਰ ਤੇ ਸਿੱਖ ਸਕਦੇ ਨੇ। ਸਮਝ ਆ ਗਿਆ ਜੀ। ਮਾਰਿਆ ਮੋਂਟੇਸਰੀ ਥਿਓਰੀ ਇੱਕ ਵਿਦਿਅਕ ਪਹੁੰਚ ਹੈ ਜੋ ਵਿਅਕਤੀਗਤ ਹਦਾਇਤਾਂ ਅਤੇ ਸਵੈ ਰਫਤਾਰ ਸਿੱਖਣ ਉੱਤੇ ਜ਼ੋਰ ਦਿੰਦੀ ਹੈ। ਇਹ ਇਸ ਵਿਸ਼ਵਾਸ ਉੱਤੇ ਆਧਾਰਿਤ ਹੈ कि बच्चे कुदरती तौर उत्ते उत्सुक हुंदे हन अते सुतंत्र तौर उत्ते सिੱਖਣ ਦੇ ਯੋਗ ਹੁੰਦੇ ਹਨ, ठीक है जी। क्लियर है, समझ आया। नैक्सट आ जाओ। मारिया मोंटेसरी ने मोंटेसरी विधि विकसित की, ठीक है। मारिया मोंटेसरी ने की जी, मोंटेसरी विधि विकसित की। उसका मनना सी, ਉਹਦਾ ਕੀ ਮੰਨਣਾ ਸੀ, ਹੁਣ ਧਿਆਨ ਨਾਲ ਸੁਣੋ। ਸਿੱਖਿਆ ਨੂੰ ਹਰੇਕ ਬੱਚੇ ਦੀਆਂ ਵਿਲੱਖਣ ਲੋੜਾਂ ਅਤੇ ਰੁਚੀਆਂ ਦੇ ਮੁਤਾਬਿਕ ਬਣਾਇਆ ਜਾਣਾ ਚਾਹੀਦਾ ਹੈ। ਮਾਰਿਆ ਮੋਂਟੇਸਰੀ ਦਾ ਕੀ ਮੰਨਣਾ ਸੀ ਕਿ ਜਿਹੜੀ ਸਿੱਖਿਆ ਹੈ ਉਹਨੂੰ ਹਰੇਕ ਬੱਚੇ ਦੀਆਂ ਜੋ ਵਿਲੱਖਣ ਡਿਫਰੈਂਟ ਲੋੜਾਂ ਨੇ ਤੇ ਜੋ ਰੁਚੀਆਂ ਇੰਟਰਸਟ ਨੇ ਉਹਨਾਂ ਦੇ ਮੁਤਾਬਿਕ ਬਣਾਇਆ ਜਾਣਾ ਚਾਹੀਦਾ ਹੈ, ਠੀਕ ਹੈ। ਉਸ ਦਾ ਮੰਨਣਾ ਸੀ ਕਿ ਸਿੱਖਿਆ ਨੂੰ ਹਰੇਕ ਬੱਚੇ ਦੀਆਂ ਵਿਲੱਖਣ ਲੋੜਾਂ, ਜੋ ਵੀ ਬੱਚੇ ਦੀਆਂ ਵਿਲੱਖਣ ਲੋੜਾਂ ਨੇ ਤੇ ਰੁਚੀਆਂ ਦੇ ਮੁਤਾਬਿਕ ਬਣਾਇਆ ਜਾਣਾ ਚਾਹੀਦਾ ਹੈ। ਇੱਕ ਪਹੁੰਚ ਜੋ ਬੱਚਿਆਂ ਦੀ ਅਕੈਡਮਿਕ ਸਫਲਤਾ ਅਤੇ ਸਮਾਜਿਕ ਭਾਵਨਾਤਮਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦਿਖਾਈ ਗਈ ਹੈ, ठीक है। एक होर जिहड़ी चीज़ है अकैडमिक सफलता, ठीक है, जो अकैडमिक्स अपनी पढ़ाई हुंदी है अते सोशल मतलब समाजिक भावनात्मक विकास नूं उत्साहित करन लई दिखाई गई है। मोंटेसरी थ्योरी हुण दुनिया भर दे स्कूलों विच वरती जाती है। जिहड़ी अज मोंटेसरी थ्योरी है वह दुनिया भर दे हर स्कूल दे विच वरती जाती है अते इसकी प्रसिद्धि वध रही है ते इहदी प्रसिद्धि भी वध रही है। क्योंकि मापे अपने बच्चों ਲਈ विकल्पिक विद्यक विकल्पां ਦੀ ਭਾਲ ਕਰਦੇ ਹਨ ਕਿ डिफरेंट ਚੀਜ਼ਾਂ ਦੀ ਉਹ ਭਾਲ ਕਰਦੇ ਆ ਪੇਰੈਂਟਸ ਕਿ ਸਾਡਾ ਬੱਚਾ ਹਰ ਫੀਲਡ ਦੇ ਵਿੱਚ ਅੱਛਾ ਬਣੇ, ਜਿਸ ਦੇ ਵਿੱਚ ਉਸ ਦਾ ਇੰਟਰਸਟ ਹੈ ਉਹਦੇ ਵਿੱਚ ਅੱਛਾ ਬਣੇ, ਠੀਕ ਹੈ ਜੀ। ਇੱਕ ਵਾਰ ਮੈਂ ਦੁਬਾਰਾ ਸਮਝਾਨੀ ਆ। ਮਾਰਿਆ ਮੋਂਟੇਸਰੀ ਨੇ ਕੀ ਕੀਤਾ ਸੀ? ਮਾਰਿਆ ਮੋਂਟੇਸਰੀ ਨੇ ਮੋਂਟੇਸਰੀ ਵਿਧੀ ਨੂੰ ਵਿਕਸਿਤ ਕੀਤਾ ਸੀ। ਉਹਨਾਂ ਦਾ ਕੀ ਮੰਨਣਾ ਸੀ? ਉਹਨਾਂ ਦਾ ਮੰਨਣਾ ਸੀ ਕਿ ਸਿੱਖਿਆ ਨੂੰ ਹਰੇਕ ਬੱਚੇ ਦੀਆਂ ਕਿ ਜਿਹੜੀ ਸਿੱਖਿਆ ਹੈ ਉਹਨੂੰ ਹਰੇਕ ਬੱਚੇ ਦੀਆਂ ਵਿਲੱਖਣ ਲੋੜਾਂ, ਠੀਕ ਹੈ, ਜੋ ਬੱਚੇ ਦੀਆਂ ਵਿਲੱਖਣ ਡਿਫਰੈਂਟ ਲੋੜਾਂ ਨੇ ਅਤੇ ਰੁਚੀਆਂ ਦੇ ਮੁਤਾਬਿਕ ਬਣਾਇਆ ਜਾਣਾ ਚਾਹੀਦਾ ਹੈ, ਠੀਕ ਹੈ। ਵਿਲੱਖਣ ਲੋੜਾਂ ਅਤੇ ਰੁਚੀਆਂ ਦੇ ਮੁਤਾਬਿਕ ਬਣਾਇਆ ਜਾਣਾ ਚਾਹੀਦਾ ਹੈ। ਇੱਕ ਪਹੁੰਚ ਜੋ ਬੱਚਿਆਂ ਦੀ ਅਕੈਡਮਿਕ ਸਫਲਤਾ ਅਤੇ ਸਮਾਜਿਕ ਭਾਵਨਾਤਮਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦਿਖਾਈ ਗਈ ਹੈ ਕਿ ਉਹਨਾਂ ਉਹ ਅਕੈਡਮਿਕਸ ਦੇ ਵਿੱਚ ਵੀ ਸਫਲ ਹੋਣ ਅਤੇ ਉਹਨਾਂ ਵਿੱਚ ਸਮਾਜਿਕ ਭਾਵਨਾਤਮਕ ਵਿਕਾਸ ਵੀ ਹੋਵੇ, ਉਹਦੇ ਲਈ ਵੀ
ਉਤਸ਼ਾਹਿਤ ਕਰਨ ਲਈ ਦਿਖਾਈ ਗਈ ਹੈ ਇੱਕ ਪਹੁੰਚ। ਠੀਕ ਹੈ, ਮੌਂਟੇਸਰੀ ਥਿਓਰੀ ਹੁਣ ਦੁਨੀਆ ਭਰ ਦੇ ਸਕੂਲਾਂ ਵਿੱਚ ਵਰਤੀ ਜਾਂਦੀ ਹੈ। ਹੁਣ ਇਹਨਾਂ ਨੇ ਕੀ ਕਿਹਾ ਕਿ ਜਿਹੜੀ ਮੌਂਟੇਸਰੀ ਥਿਓਰੀ ਹੈ ਉਹ ਹੁਣ ਦੁਨੀਆ ਭਰ ਦੇ ਸਕੂਲਾਂ ਦੇ ਵਿੱਚ ਵਰਤੀ ਜਾਂਦੀ ਹੈ ਅਤੇ ਇਸ ਦੀ ਪ੍ਰਸਿੱਧੀ ਵੱਧ ਰਹੀ ਹੈ, ਤੇ ਇਹਦੀ ਪ੍ਰਸਿੱਧੀ ਵੀ ਵੱਧ ਰਹੀ ਹੈ ਕਿਉਂਕਿ ਮਾਪੇ ਆਪਣੇ ਬੱਚਿਆਂ ਲਈ ਵਿਕਲਪਕ ਵਿਦਿਅਕ ਵਿਕਲਪਾਂ ਦੀ ਭਾਲ ਕਰਦੇ ਹਨ। ਕਿਉਂਕਿ ਜਿਹੜੇ ਮਾਪੇ ਹੁੰਦੇ ਆ, ਪੇਰੈਂਟਸ ਹੁੰਦੇ ਆ, ਉਹ ਆਪਣੇ ਬੱਚਿਆਂ ਲਈ ਵਿਕਲਪਕ ਵਿਦਿਅਕ, ਠੀਕ ਹੈ, ਡਿਫਰੈਂਟ ਸਕੂਲਸ ਜਿੱਥੇ ਕਿ ਇਹ ਵਿਧੀ ਚੱਲ ਰਹੀ ਹੈ, ਜਿੱਥੇ ਆਪਾਂ ਦੇਖਦੇ ਹਾਂ ਨਾ, ਆਪਾਂ ਨੇ ਅਗਰ ਆਪਣੇ ਬੱਚੇ ਨੂੰ ਪਲੇ ਵਿੱਚ ਲਗਾਉਣਾ ਕਿ ਕਿੱਥੇ ਜ਼ਿਆਦਾ ਐਕਟੀਵਿਟੀਜ਼ ਹੋ ਰਹੀਆਂ ਨੇ, ਆਪਾਂ ਉੱਥੇ ਹੀ ਆਪਣੇ ਬੱਚੇ ਨੂੰ ਪਾਵਾਂਗੇ। ਠੀਕ ਹੈ, ਆਪਣੇ ਬੱਚਿਆਂ ਲਈ ਵਿਕਲਪਕ ਵਿਦਿਅਕ ਵਿਕਲਪਾਂ ਦੀ ਭਾਲ ਕਰਦੇ ਹਨ। ਸਮਝ ਆ ਗਿਆ ਜੀ? ਇਸ 'ਚ ਕੋਈ ਡਾਊਟ? ਚਲਿਏ ਅੱਗੇ, आओ जी ਅੱਗੇ ਸਮਝੋ। ਪਰੰਪਰਾਗਤ ਸਿੱਖਿਆ ਮਾਡਲ ਉਮਰ ਦੇ ਆਧਾਰ ਉੱਤੇ ਬੱਚਿਆਂ ਦਾ ਸਮੂਹ ਕਰਦੇ ਹਨ। ਠੀਕ ਹੈ, ਅਤੇ ਉਹਨਾਂ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਉਹ ਸਾਰੇ ਵਿਕਾਸ ਦੇ ਇੱਕੋ ਪੜਾਅ ਉੱਤੇ ਹਨ। ਠੀਕ ਹੈ, ਹੁਣ ਜਿਹੜੀ ਕਿ ਪਰੰਪਰਾਗਤ ਸਿੱਖਿਆ, ਜਿਹੜੀ ਕਿ ਆਪਣੀ ਪਰੰਪਰਾਗਤ, ਜਿਹੜੀ ਕਿ ਪਰੰਪਾਰਿਕ ਸਿੱਖਿਆ ਮਾਡਲ ਹੈ, ਉਹਦੇ ਵਿੱਚ ਕੀ ਹੈ ਕਿ ਉਮਰ ਦੇ ਆਧਾਰ ਉੱਤੇ, ਠੀਕ ਹੈ, ਉਮਰ ਦੇ ਹਿਸਾਬ ਨਾਲ ਬੱਚਿਆਂ ਦਾ ਸਮੂਹ ਕਰਦੇ ਹਨ। ਬੱਚਿਆਂ ਦਾ ਇੱਕ ਇਕੱਠ ਕਰ ਲੈਂਦੇ ਆ, ਬੱਚਿਆਂ ਨੂੰ ਇਕੱਠਾ ਕਰ ਲੈਂਦੇ ਨੇ, ਇੱਕ ਸਮੂਹ ਬਣਾ ਲੈਂਦੇ ਆ ਅਤੇ ਉਹਨਾਂ ਨਾਲ ਅਜਿਹਾ ਵਿਵਹਾਰ ਕਰਦੇ ਨੇ। ਉਹਨਾਂ ਨਾਲ ਕੈਸਾ ਫਿਰ ਵਿਵਹਾਰ ਕਰਦੇ ਆ ਕਿ ਜਿਵੇਂ ਕਿ ਉਹ ਸਾਰੇ ਵਿਕਾਸ ਦੇ ਇੱਕੋ ਪੜਾਅ ਉੱਤੇ ਹਨ, ਜਿਵੇਂ ਕਿ ਸਾਰੇ ਬੱਚਿਆਂ ਨੂੰ ਇੱਕ ਚੀਜ਼ ਹੀ ਸਿੱਖਣੀ ਹੈ, ਇੱਕੋ ਪੜਾਅ ਉੱਤੇ ਉਹ ਹਨ। ਇਸ ਦੇ ਉਲਟ ਜਿਹੜੀ ਮੌਂਟੇਸਰੀ ਸਿੱਖਿਆ ਹੈ, ਇਹ ਮੰਨਦੀ ਹੈ ਕਿ ਬੱਚੇ ਵੱਖ-ਵੱਖ ਦਰਾਂ ਉੱਤੇ ਵਿਕਾਸ ਕਰਦੇ ਹਨ ਅਤੇ ਹਰੇਕ ਬੱਚੇ ਨੂੰ ਜਿੱਥੇ ਉਹ ਹਨ ਉੱਥੇ ਮਿਲਣ ਦੀ ਕੋਸ਼ਿਸ਼ ਕਰਦੇ ਹਨ। ਨਤੀਜੇ ਵਜੋਂ ਕਲਾਸਰੂਮ ਵੱਖ-ਵੱਖ ਉਮਰਾਂ ਦੇ ਬੱਚਿਆਂ ਨੂੰ ਇੱਕ ਦੂਜੇ ਤੋਂ ਗੱਲਬਾਤ ਕਰਨ ਅਤੇ ਸਿੱਖਣ ਦੀ ਇਜਾਜ਼ਤ ਦੇਣ ਲਈ ਤਿਆਰ ਕੀਤੇ ਗਏ ਹਨ। ਹੁਣ ਇਹ ਚੀਜ਼ ਨੂੰ ਬਹੁਤ ਹੀ ਧਿਆਨ ਨਾਲ ਸਮਝੋ। ਜਿਹੜੀ ਕਿ ਪਰੰਪਰਾਗਤ ਸਿੱਖਿਆ ਮਾਡਲ ਹੈ, ਉਹਦੇ ਵਿੱਚ ਕੀ ਹੁੰਦਾ ਹੈ, ਕਲਾਸਰੂਮ ਦੇ ਵਿੱਚ ਇੱਕ ਹੀ ਉਮਰ ਦੇ ਸਾਰੇ ਬੱਚਿਆਂ ਨੂੰ ਬਿਠਾਇਆ, ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਉਹਨਾਂ ਨਾਲ ਐਸਾ ਵਿਵਹਾਰ ਕੀਤਾ ਗਿਆ, ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਤੁਸੀਂ ਇੱਕ ਹੀ ਵਿਕਾਸ, ਮਤਲਬ ਅਗਰ ਇਸ ਬੱਚੇ ਦੇ, ਠੀਕ ਹੈ, ਸਪੋਜ਼ ਕਰੋ ਆਕਾਸ਼ ਦੇ 10 ਮਾਰਕਸ ਆ ਰਹੇ ਆ ਮੈਥਮੈਟਿਕਸ 'ਚੋਂ, ਤਾਂ ਤੁਹਾਡੇ ਵੀ 10 ਹੀ ਆਉਣੇ ਚਾਹੀਦੇ ਹੈ, ਤਾਂ ਵਿਕਾਸ ਦੇ ਵੀ 10 ਹੀ ਆਉਣੇ ਚਾਹੀਦੇ ਨੇ। ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਸਾਰੇ ਵਿਕਾਸ ਦੇ ਇੱਕੋ ਪੜਾਅ ਉੱਤੇ ਹਨ। ਠੀਕ ਹੈ, ਜਿਹੜੀ ਕਿ ਪਰੰਪਰਾਗਤ ਸਿੱਖਿਆ ਮਾਡਲ ਆਪਣਾ ਹੈਗਾ, ਉਹਦੇ ਵਿੱਚ ਆਹੀ ਹੁੰਦਾ ਕਿ ਅਗਰ ਇਹ ਬੱਚਾ ਅੱਛਾ ਹੈ, ਜਿਵੇਂ ਹੁਣ ਪੇਰੈਂਟਸ ਹੈ, ਠੀਕ ਹੈ, ਕੰਪੈਰੀਜ਼ਨ ਕਰਦੇ ਆ, ਉਹਨਾਂ ਦੇ ਬੱਚੇ ਦੇ ਜੀ 98 ਮਾਰਕਸ ਆਏ ਆ, ਤੇਰੇ 98 ਕਿਉਂ ਨਹੀਂ ਆਏ? ਬਈ ਤੁਹਾਡਾ ਬੱਚਾ ਕਿਸੇ ਹੋਰ ਚੀਜ਼ ਦੇ ਵਿੱਚ ਚੰਗਾ ਹੋਏਗਾ। ਤੁਹਾਡਾ ਜਿਹੜਾ ਬੱਚਾ ਹੈ, ਤੁਹਾਡਾ ਸਟੂਡੈਂਟ ਹੈ, ਤੁਹਾਡਾ ਬੱਚਾ ਹੈ, ਉਹ ਕਿਸੇ ਹੋਰ ਸਬਜੈਕਟ 'ਚ ਅੱਛਾ ਹੋਏਗਾ ਜਾਂ ਕਿਸੇ ਹੋਰ ਸਪੋਰਟਸ ਦੇ ਵਿੱਚ ਅੱਛਾ ਹੋਏਗਾ ਜਾਂ ਕਿਸੇ ਹੋਰ ਫੀਲਡ ਦੇ ਵਿੱਚ ਅੱਛਾ ਹੋਏਗਾ। ਜ਼ਰੂਰੀ ਤਾਂ ਨਹੀਂ ਅਗਰ ਉਹਨਾਂ ਦਾ ਬੇਟਾ ਜੀ ਮੈਥਮੈਟਿਕਸ 'ਚ ਅੱਛਾ ਹੈ ਤਾਂ ਤੁਹਾਡਾ ਵੀ ਅੱਛਾ ਹੋਵੇ। ਲੇਕਿਨ ਜਿਹੜਾ ਪਰੰਪਰਾਗਤ ਸਿੱਖਿਆ ਮਾਡਲ ਹੈ ਉਹ ਇਸੀ ਚੀਜ਼ 'ਤੇ ਆਧਾਰਿਤ ਹੈ। ਠੀਕ ਹੈ, ਉਹਨਾਂ ਵਿੱਚ ਕੀ ਹੁੰਦਾ ਕਿ ਬੱਚਿਆਂ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਕਿ ਤੁਸੀਂ ਸਾਰੇ ਵਿਕਾਸ ਦੇ ਇੱਕੋ ਪੜਾਅ ਉੱਤੇ ਹੋ। ਠੀਕ ਹੈ, ਜਿਹੜਾ ਕਿ ਹੁਣ ਇਸ ਦੇ ਉਲਟ ਹੈ। ਇਸ ਦੇ ਉਲਟ ਕੀ ਹੈ? ਇਸ ਦੇ ਉਲਟ ਹੈ ਜੀ ਮੌਂਟੇਸਰੀ ਸਿੱਖਿਆ। ਠੀਕ ਹੈ, ਇਹ ਕੀ ਹੈ? ਇਹ ਮੰਨਦੀ ਹੈ ਕਿ ਬੱਚੇ ਵੱਖ-ਵੱਖ ਤਰ੍ਹਾਂ ਉੱਤੇ ਵਿਕਾਸ ਕਰਦੇ ਹਨ, ਕਿ ਜਿਹੜੇ ਬੱਚੇ ਹੁੰਦੇ ਨੇ ਉਹ ਅਲੱਗ-ਅਲੱਗ ਜਗ੍ਹਾ 'ਤੇ ਵਿਕਾਸ ਕਰਦੇ ਨੇ ਅਤੇ ਹਰੇਕ ਬੱਚੇ ਨੂੰ ਜਿੱਥੇ ਉਹ ਹਨ ਉੱਥੇ ਮਿਲਣ ਦੀ ਕੋਸ਼ਿਸ਼ ਕਰਦੇ ਹਨ। ਠੀਕ ਹੈ, ਇਹਦੇ ਵਿੱਚ ਮੌਂਟੇਸਰੀ ਸਿੱਖਿਆ ਦੇ ਵਿੱਚ ਜਿਹੜਾ ਬੱਚਾ ਜਿਸ ਫੀਲਡ ਦੇ ਵਿੱਚ ਅੱਛਾ ਹੈਗਾ ਉਹਨੂੰ ਉਸੇ ਫੀਲਡ ਦੇ ਵਿੱਚੋਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨਤੀਜੇ ਵਜੋਂ ਹੁਣ ਇਹਨਾਂ ਨੇ ਕੀ ਕਿਹਾ ਕਿ ਜਿਹੜੇ ਕਿ ਕਲਾਸਰੂਮ ਹੈ, ਵੱਖ-ਵੱਖ ਉਮਰਾਂ ਦੇ ਬੱਚਿਆਂ ਨੂੰ ਇੱਕ ਦੂਜੇ ਤੋਂ ਗੱਲਬਾਤ ਕਰਨ, ਕਿ ਜਿਹੜੇ ਅਲੱਗ-ਅਲੱਗ ਡਿਫਰੈਂਟ ਏਜਿਸ ਦੇ ਬੱਚੇ ਹੁੰਦੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਨ, ਉਹਨਾਂ ਤੋਂ ਕੁਛ ਸਿੱਖਣ ਦੀ ਇਜਾਜ਼ਤ ਦੇਣ ਲਈ ਤਿਆਰ ਕੀਤੇ ਗਏ ਹਨ। ਠੀਕ ਹੈ, ਉਹਨਾਂ 'ਤੇ ਐਵੇਂ ਨਹੀਂ ਕਿ ਉਹਨਾਂ 'ਤੇ ਪ੍ਰੈਸ਼ਰਾਈਜ਼ ਕਰਨ ਲਈ ਨਹੀਂ ਉਹਨਾਂ ਨੂੰ ਕਲਾਸਰੂਮਸ ਨੂੰ ਤਿਆਰ ਕੀਤਾ ਗਿਆ। ਉਹਨਾਂ ਨੇ ਕਲਾਸਰੂਮਸ ਕਿਉਂ ਤਿਆਰ ਕੀਤੇ ਹੈ ਕਿ ਜਿਹੜੇ ਅਲੱਗ-ਅਲੱਗ ਸਟੂਡੈਂਟਸ ਨੇ ਉਹ ਇੱਕ ਦੂਜੇ ਤੋਂ ਕੁਛ ਸਿੱਖ ਸਕਣ, ਇੱਕ ਦੂਜੇ ਨਾਲ ਗੱਲਬਾਤ ਕਰਨ। ਠੀਕ ਹੈ, ਅਤੇ ਆਪਸ ਦੇ ਵਿੱਚ ਹੀ ਉਹ ਕੁਛ ਉਹਨਾਂ ਤੋਂ ਸਿੱਖ ਲੈਣ, ਇਸ ਲਈ ਕਲਾਸਰੂਮਸ ਤਿਆਰ ਕੀਤੇ ਗਏ ਨੇ। ਠੀਕ ਹੈ ਜੀ, ਸਮਝ ਆ ਗਿਆ? ਇਸ ਪੈਰੇ ਦੇ ਵਿੱਚ ਜਿਹੜੀ ਕਿ ਆਪਣੀ ਪਰੰਪਰਾ ਚੱਲ ਰਹੀ ਹੈ, ਠੀਕ ਹੈ, ਪਰੰਪਰਾਗਤ ਸਿੱਖਿਆ ਅਤੇ ਮੌਂਟੇਸਰੀ ਸਿੱਖਿਆ ਦੇ ਵਿੱਚ ਆਪਾਂ ਨੂੰ ਡਿਫਰੈਂਸ਼ੀਏਟ ਕੀਤਾ ਹੈ। ਠੀਕ ਹੈ, ਹੁਣ ਆ ਜਾਓ ਅੱਗੇ।
ਇਹ ਮਾਡਲ, ਇਹ ਮੋਂਟੈਸਰੀ ਸਿੱਖਿਆ ਬਾਰੇ ਹੀ ਗੱਲ ਹੋ ਰਹੀ ਹੈ, ਇਹ ਮਾਡਲ ਹੱਥਾਂ ਨਾਲ ਸਿੱਖਣ ਉੱਤੇ ਵੀ ਜ਼ੋਰ ਦਿੰਦਾ ਹੈ। ठीक है, हुण देखो प्रैक्टिकल काम जो आप करांगे, आप अपने हथ नाल बनावांगे, एक चीज़ आप देखांगे, ठीक है, देख के आप उन्होंने विजुअलाइज कर लांगे, अपने दिमाग 'च बैठ जूगी, कुछ टाइम आपां नूं याद रहूगी। लेकिन एक चीज़ है जो आप अपने हैंड्स नाल लिखांगे या हत्थां नाल बनावांगे, उहदे विच तां आपां ज़्यादा देर तक मतलब वो चीज़ नूं अच्छी तरह सीख सकते हैं, ज़्यादा देर तक वो आपां नूं याद रह सकती है। ठीक है, तो इस मॉडल दे विच हत्थां नाल सिੱਖਣ ਉੱਤੇ ਵੀ ਜ਼ੋਰ ਦਿੰਦਾ ਹੈ। ਇਹ ਮਾਡਲ ਹੱਥਾਂ ਨਾਲ ਸਿੱਖਣ ਉੱਤੇ ਵੀ ਜ਼ੋਰ ਦਿੰਦਾ ਹੈ, ਜਿਸ ਨਾਲ ਬੱਚਿਆਂ ਨੂੰ ਉਹਨਾਂ ਦੀਆਂ ਵਿਅਕਤੀਗਤ ਸਿੱਖਣ ਦੀਆਂ ਸ਼ੈਲੀਆਂ ਲਈ ਸਭ ਤੋਂ ਅਨੁਕੂਲ ਤਰੀਕੇ ਨਾਲ ਨਵੇਂ ਸੰਕਲਪਾਂ ਦੀ ਖੋਜ ਕਰਨ ਅਤੇ ਖੋਜਣ ਦੀ ਇਜਾਜ਼ਤ ਮਿਲਦੀ ਹੈ। नतीजे वजों मोंटेसरी सिक्ख्या हरेक बच्चे दियां लोड़ां प्रति वधेरे लचकदार अते जवाबदेह हुंदी है। ठीक है, हुण इन्हां ने यह की कहा है, जिहड़ा कि यह मॉडल है जी हत्थां नाल सिੱਖਣ उत्ते भी जोर दिंदा है, जिस नाल बच्चों नूं की बेनीफिट हुंदा है, जिस नाल बच्चों नूं ਉਹਨਾਂ ਦੀਆਂ ਵਿਅਕਤੀਗਤ ਸਿੱਖਣ, ਠੀਕ ਹੈ, ਉਹਨਾਂ ਦੀਆਂ ਵਿਅਕਤੀਗਤ ਸਿੱਖਣ ਦੀਆਂ ਸ਼ੈਲੀਆਂ ਲਈ ਸਭ ਤੋਂ ਅਨੁਕੂਲ ਤਰੀਕੇ, ਠੀਕ ਹੈ, ਸਭ ਤੋਂ ਆਸਾਨ ਤਰੀਕੇ ਨਾਲ ਨਵੇਂ ਸੰਕਲਪ, ਠੀਕ ਹੈ, ਜੋ ਕਿ ਉਹ ਨਵੇਂ ਸੰਕਲਪ ਨਵੀਆਂ ਰਿਸਰਚ ਕਰ ਸਕਦੇ ਨੇ ਦੀ ਖੋਜ ਕਰਨ ਅਤੇ ਖੋਜਣ ਦੀ ਇਜਾਜ਼ਤ ਮਿਲਦੀ ਹੈ। ਨਤੀਜੇ ਵਜੋਂ ਮੋਂਟੈਸਰੀ ਸਕੂਲ ਹਰੇਕ ਬੱਚੇ ਦੀਆਂ ਲੋੜਾਂ ਪ੍ਰਤੀ ਵਧੇਰੇ ਲਚਕਦਾਰ ਅਤੇ ਜਵਾਬਦੇਹ ਹੁੰਦੀ ਹੈ। ठीक है जी, अगर बच्चा कुछ बनाना सीख रहा है, कुछ क्ले नाल बना रहा है, ठीक है, सपोज करो किसी ने कहता जी तुसी गणेश जी बनाओ, हुण कोई किसी तरीके दे बनाऊगा, कोई किसी तरीके दे बनाएगा, नवीं नवीं खोजां कड्ढणगे वो, ठीक है, तो हर एक बच्चे लई वो लचकदार भी है तो जवाबदेह भी हुंदी है। समझ आ गया? क्लीयर है स्टूडेंट्स? अगे आओ जी, मारिया मोंटेसरी थ्योरी, ठीक है, मोंटेसरी विधि के मुख्य सिद्धांत। हुण मोंटेसरी विधि के मुख्य सिद्धांत की है? मोंटेसरी थ्योरी मार्गदर्शक सिद्धांतां उत्ते आधारित है। जिहड़ी मोंटेसरी थ्योरी है जी वो किस दे उत्ते, किहड़े सिद्धांतां उत्ते आधारित है? मार्गदर्शन, ठीक है, बच्चे नूं सही डायरैक्शन देना, ठीक है, इहदे विच की शामिल है? सुतंत्रता, इंडिपेंडेंस, ठीक है, ऑर्डर, ठीक है, चोन, बच्चा अपनी चॉइस कर सकता है, आज़ादी, बच्चे नूं आज़ादी है, फ्रीडम है कि वह किसी भी सबजैक्ट नूं, किसी भी खेड नूं कुछ भी चूज़ कर सकता है। मिक्सड एज रेंज, मिश्रित उम्र सीमा, मतलब डिफरेंट एजिस के बच्चे दे विच हुंदे है। मूवमेंट, ठीक है, वो किसी भी तरीके नाल मूव हो सकता है। मूवमेंट मतलब अगर उन्हें क्ले नाल कुछ करना है, वो क्ले वाल जाके क्ले नाल कुछ बना सकता है, अगर उन्हें टॉयज़ नाल खेलना है तो वह टॉयज़ नाल खेल सकता है। ठीक है, कंट्रोल ऑफ एरर, गलती का नियंत्रण, सामग्री, ठीक है, बालक की भूमिका, रोल ऑफ अडल्ट। समझ आ गया जी? ये कुछ भी ज़्यादा नहीं है, अगर तुसी किसी भी प्लेवे नाल कोरिलेट करोगे तो सारा कुछ तुहानूं बहुत ही चंगी तरह समझ आ जाना है। ठीक है, ये नोट कर लियो, इन्हां चों पूछा जा सकता है, इसलिए तुसी नोट जरूर कर लियो। मारिया मोंटेसरी थ्योरी, मोंटेसरी विधि के मुख्य सिद्धांत। मोंटेसरी थ्योरी किसते किहड़े सिद्धांत ते काम करदी है? मार्गदर्शक सिद्धांतां उत्ते आधारित है। ठीक है, की है? इंडिपेंडेंस, ऑर्डर, चॉइस, फ्रीडम, मिक्सड एज रेंज, मूवमेंट, कंट्रोल ऑफ एरर, मटीरियल्स एंड रोल ऑफ एडल्ट। क्लीयर है जी? किसी नूं किसी भी तरीके का कोई भी डाउट होवे बच्चों, अगर तुहानूं यह कंटेंट अच्छा लग रहा है तो तुसी वीडियो नूं लाइक भी करिया करो तो कमेंट भी करिया करो, ताकि टीचर नूं भी पता चले कि तुहानूं समझ आ रहा है या तुसी एवें ही वीडियो देखी जाते हो। ठीक है, नैक्सट आओ जी, मोंटेसरी नूं वख करन वालियां मुख्य चीज़ां विचों एक है, जिहड़ा कि मोंटेसरी थ्योरी है उहनूं वख करन वालियां मुख्य चीज़ां चों, वैसे तो सारियां ही इंपोर्टेंट चीज़ां ने, पर जिहड़ी मुख्य चीज़ां विचों एक की है? क्लासरूम का वातावरण। ठीक है, जिहे जा माहौल होएगा, जिस माहौल च बच्चा रहेगा, बच्चा उसी तरीके का बनूगा। ठीक है, क्लासरूम का वातावरण। नतीजे वजों यह प्रोग्राम दे मार्गदर्शक सिद्धांतां दा समर्थन करन विच एक प्रमुख भूमिका निभाउंदा है। मोंटेसरी क्लासरूमां नूं सुतंत्र सिੱਖਣ ਅਤੇ खोज ਲਈ बहुत ज़्यादा सहायक होने ਲਈ तैयार किया गया है।
ਫਰਨੀਚਰ ਜਿਹੜਾ ਹੁੰਦਾ ਹੈ ਬੱਚਿਆਂ ਦੇ ਆਕਾਰ ਦਾ ਹੈ ਅਤੇ ਹਰ ਚੀਜ਼ ਆਸਾਨ ਪਹੁੰਚ ਦੇ ਅੰਦਰ ਹੈ। ਖੋਜ ਕਰਨ ਲਈ ਬਹੁਤ ਸਾਰੀਆਂ ਦਿਲਚਸਪ ਸਮੱਗਰੀਆਂ ਹਨ ਅਤੇ ਗਤੀਵਿਧੀਆਂ ਨੂੰ ਧਿਆਨ ਨਾਲ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਬਹੁਤ ਹੀ ਇੰਟਰਸਟਿੰਗ ਚੀਜ਼ ਹੈ ਸਟੂਡੈਂਟਸ, ਆਰਾਮ ਨਾਲ ਇਸ ਨੂੰ ਇੱਕ ਵਾਰ ਪੜ੍ਹ ਲਓ, ਠੀਕ ਹੈ। ਦੇਖੋ ਸਮਝ ਆਇਆ, ਕੀ ਸਮਝ ਆਇਆ ਤੁਹਾਨੂੰ। ਇਹਨਾਂ ਨੇ ਸਭ ਤੋਂ ਪਹਿਲਾਂ ਕੀ ਲਿਖਿਆ ਹੈ ਕਿ ਮੌਂਟੈਸਰੀ ਨੂੰ ਵੱਖ ਕਰਨ ਵਾਲੀਆਂ ਚੋਂ ਮੁੱਖ ਚੀਜ਼ ਇੱਕ ਕੀ ਹੈ, ਕਲਾਸਰੂਮ ਦਾ ਵਾਤਾਵਰਨ, ਠੀਕ ਹੈ। ਕਲਾਸਰੂਮ ਦਾ ਇਨਵਾਇਰਮੈਂਟ ਕਿਹੋ ਜਿਹਾ ਹੈ, ਕਲਾਸਰੂਮ ਦਾ ਇਨਵਾਇਰਮੈਂਟ ਕੈਸਾ ਹੈ। ਨਤੀਜੇ ਵਜੋਂ ਇਹ ਪ੍ਰੋਗਰਾਮ ਦੇ ਮਾਰਗਦਰਸ਼ਕ ਸਿਧਾਂਤਾਂ ਦਾ ਸਮਰਥਨ, ਜਿਹੜੇ ਕਿ ਆਪਾਂ ਨੇ ਪਿੱਛੇ ਸਿਧਾਂਤ ਪੜ੍ਹੇ ਹੈ, ਠੀਕ ਹੈ, ਮਾਰਗਦਰਸ਼ਕ ਸਿਧਾਂਤਾਂ ਦਾ ਸਮਰਥਨ ਕਰਨ ਵਿੱਚੋਂ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ, ਠੀਕ ਹੈ। ਮਾਰਗਦਰਸ਼ਨ ਸਿਧਾਂਤਾਂ ਦਾ ਸਮਰਥਨ ਕਰਨ ਵਿੱਚ ਇਹ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਪਹਿਲੀ ਲਾਈਨ ਖਤਮ ਹੋ ਗਈ। ਮੌਂਟੈਸਰੀ ਕਲਾਸਰੂਮਾਂ ਨੂੰ ਸੁਤੰਤਰ ਸਿੱਖਣ ਮਤਲਬ ਇੰਡੀਪੈਂਡੈਂਟ ਸਿੱਖਣ ਲਈ ਅਤੇ ਖੋਜ ਲਈ ਬਹੁਤ ਜ਼ਿਆਦਾ ਸਹਾਇਕ ਹੋਣ ਲਈ ਤਿਆਰ ਕੀਤਾ ਗਿਆ ਹੈ। ਜਿਹੜੇ ਕਿ ਮੌਂਟੈਸਰੀ ਦੇ ਵਿੱਚ ਕਲਾਸਰੂਮਸ ਨੇ ਉਹਨਾਂ ਨੂੰ ਇੰਡੀਪੈਂਡੈਂਟ ਸਿੱਖਣ ਲਈ ਅਤੇ ਖੋਜ ਲਈ, ਐਕਸਪੈਰੀਮੈਂਟ ਕਰਨ ਲਈ ਬਹੁਤ ਜ਼ਿਆਦਾ ਸਹਾਇਕ ਮਤਲਬ ਬਹੁਤ ਜ਼ਿਆਦਾ ਹੈਲਪਫੁਲ ਹੋਣ ਬੱਚਿਆਂ ਲਈ, ਉਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਉਸ ਤੋਂ ਬਾਅਦ ਕੀ ਹੈ, ਫਰਨੀਚਰ ਹੈ ਜਿਹੜਾ ਉਹ ਛੋਟੇ ਬੱਚਿਆਂ ਦੇ ਆਕਾਰ ਦਾ ਹੈ ਕਿ ਜੋ ਛੋਟੇ ਬੱਚੇ ਆਰਾਮ ਨਾਲ ਬੈਠ ਸਕਦੇ ਹੈ ਅਤੇ ਹਰ ਚੀਜ਼ ਜੋ ਹੈਗੀ ਹੈ ਆਸਾਨ ਪਹੁੰਚ ਦੇ ਅੰਦਰ ਹੈ। ਖੋਜ ਕਰਨ ਲਈ ਬਹੁਤ ਸਾਰੀਆਂ ਦਿਲਚਸਪ ਸਮੱਗਰੀਆਂ ਹਨ, ਠੀਕ ਹੈ। ਖੋਜ ਕਰਨ ਲਈ ਕੀ ਹੁੰਦੀਆਂ ਜੀ, ਬਹੁਤ ਸਾਰੀਆਂ ਦਿਲਚਸਪ ਸਮੱਗਰੀਆਂ ਹਨ ਅਤੇ ਗਤੀਵਿਧੀਆਂ ਨੂੰ ਧਿਆਨ ਨਾਲ ਸਿੱਖਣ ਨੂੰ, ਤੇ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਧਿਆਨ ਨਾਲ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ, ਠੀਕ ਹੈ। ਜੋ ਵੀ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਧਿਆਨ ਨਾਲ ਸਿੱਖਣ ਲਈ ਬੱਚਾ ਇੰਟਰਸਟ ਲੈ ਕੇ ਸਿੱਖੇ, ਬੱਚਾ ਉਤਸ਼ਾਹਿਤ ਹੋ ਕੇ ਸਿੱਖੇ, ਉਸ ਤਰੀਕੇ ਨਾਲ ਹੀ ਤਿਆਰ ਕੀਤਾ ਗਿਆ ਹੈ। ਕਲੀਅਰ ਹੈ ਸਟੂਡੈਂਟਸ। ਅੱਗੇ ਆ ਜਾਓ। ਬਹੁਤ ਮਾਰੀਆ ਮੌਂਟੈਸਰੀ ਬਹੁਤ ਹੀ ਇੰਟਰਸਟਿੰਗ ਚੀਜ਼ ਹੈ। ਇੱਕ ਮੌਂਟੈਸਰੀ ਕਲਾਸਰੂਮ ਵਿੱਚ, ਹੁਣ ਮੌਂਟੈਸਰੀ ਕਲਾਸਰੂਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਬੱਚੇ ਕੁਝ ਹੱਦਾਂ ਅੰਦਰ ਘੁੰਮਣ ਅਤੇ ਆਪਣੀ ਗਤੀਵਿਧੀਆਂ ਦੀ ਚੋਣ ਕਰਨ ਲਈ ਸੁਤੰਤਰ ਹੁੰਦੇ ਹਨ, ਠੀਕ ਹੈ। ਮੌਂਟੈਸਰੀ ਕਲਾਸਰੂਮ ਕਿਹੋ ਜਿਹੇ ਹੁੰਦੇ ਆ, ਉਹਨਾਂ ਵਿੱਚ ਬੱਚੇ ਕੁਝ ਹੱਦਾਂ ਅੰਦਰ ਘੁੰਮਦੇ ਨੇ, ਕੁਝ ਹੱਦ ਦੇ ਵਿੱਚ ਮਤਲਬ ਇੱਕ ਕਲਾਸਰੂਮ ਦਾ ਜੋ ਵੀ ਸਾਈਜ਼ ਹੁੰਦਾ ਉਸੇ ਹੱਦ ਦੇ ਵਿੱਚ ਰਹਿੰਦੇ ਹੈ ਅਤੇ ਆਪਣੀ ਗਤੀਵਿਧੀਆਂ ਦੀ ਚੋਣ ਕਰਨ ਲਈ ਇੰਡੀਪੈਂਡੈਂਟ ਹੁੰਦੇ ਆ, ਸੁਤੰਤਰ ਹੁੰਦੇ ਹਨ। ਇਹ ਉਹਨਾਂ ਨੂੰ ਉਹਨਾਂ ਦੀਆਂ ਕੁਦਰਤੀਆਂ ਰੁਚੀਆਂ ਦੀ ਪਾਲਣਾ ਕਰਨ ਅਤੇ ਉਹਨਾਂ ਦੀ ਆਪਣੀ ਗਤੀ 'ਤੇ ਸਿੱਖਣ ਦੀ ਆਗਿਆ ਦਿੰਦੀ ਹੈ, ਠੀਕ ਹੈ। ਨਤੀਜੇ ਵਜੋਂ ਉਹ ਸਵੈ ਦਿਸ਼ਾ ਦੀ ਮਜ਼ਬੂਤ ਭਾਵਨਾ ਵਿਕਸਿਤ ਕਰਦੇ ਹੋਏ ਵਧੇਰੇ ਰੁਝੇਵੇਂ ਅਤੇ ਪ੍ਰੇਰਿਤ ਹੁੰਦੇ ਹਨ। ਇਹ ਸਭ ਰਚਨਾਤਮਕ ਸਮੱਸਿਆ ਹੱਲ ਅਤੇ ਆਲੋਚਨਾਤਮਕ ਸੋਚ ਵਰਗੇ ਜ਼ਰੂਰੀ ਜੀਵਨ ਹੁਨਰਾਂ ਦੇ ਵਿਕਾਸ ਦਾ ਸਮਰਥਨ ਕਰਦਾ ਹੈ। ਹੁਣ ਇਹਨਾਂ ਨੇ ਧਿਆਨ ਨਾਲ ਪੜ੍ਹੋ, ਧਿਆਨ ਨਾਲ ਸੁਣੋ ਕੀ ਕਿਹਾ। ਜਿਹੜੇ ਕਿ ਇੱਕ ਮੌਂਟੈਸਰੀ ਕਲਾਸਰੂਮ ਹੁੰਦੇ ਆ ਉਹਨਾਂ ਵਿੱਚ ਕੀ ਹੁੰਦਾ, ਬੱਚੇ ਕੁਝ ਹੱਦਾਂ ਅੰਦਰ ਘੁੰਮਣ, ਬੱਚੇ ਜਿਹੜੇ ਹੁੰਦੇ ਆ ਕੁਝ ਹੱਦਾਂ ਦੇ ਅੰਦਰ ਘੁੰਮਣ ਅਤੇ ਆਪਣੀਆਂ ਗਤੀਵਿਧੀਆਂ ਦੀ ਚੋਣ ਕਰਨ ਲਈ ਸੁਤੰਤਰ ਹੁੰਦੇ ਨੇ, ਠੀਕ ਹੈ। ਕੁਝ ਹੱਦਾਂ ਅੰਦਰ ਅਤੇ ਆਪਣੀ ਗਤੀਵਿਧੀਆਂ ਦੀ ਚੋਣ ਕਰਨ ਲਈ ਕੀ ਹੁੰਦੇ ਆ ਜੀ, ਸੁਤੰਤਰ ਹੁੰਦੇ ਹੈ। ਇਹ ਉਹਨਾਂ ਨੂੰ ਉਹਨਾਂ ਦੀਆਂ ਕੁਦਰਤੀਆਂ ਰੁਚੀਆਂ ਦੀ ਪਾਲਣ ਕਰਨਾ, ਠੀਕ ਹੈ, ਜੋ ਉਹਨਾਂ ਦੀਆਂ ਕੁਦਰਤੀ ਮਤਲਬ ਨੇਚਰ ਤੋਂ ਉਹਨਾਂ ਦੇ ਇੰਟਰਸਟ ਹੁੰਦੇ ਆ ਉਹਨਾਂ ਦੀ ਪਾਲਣਾ ਕਰਨਾ ਅਤੇ ਉਹਨਾਂ ਦੀ ਆਪਣੀ ਗਤੀ ਉੱਤੇ ਸਿੱਖਣ ਦੀ ਆਗਿਆ ਦਿੰਦਾ ਹੈ, ਠੀਕ ਹੈ। ਅਤੇ ਉਹਨਾਂ ਨੂੰ ਆਪਣੀ ਗਤੀ ਉੱਤੇ ਸਿੱਖਣ ਦੀ ਕੀ ਦਿੰਦਾ ਹੈ, ਆਗਿਆ ਦਿੰਦਾ ਹੈ। ਨਤੀਜੇ ਵਜੋਂ ਉਹ ਸਵੈ ਦਿਸ਼ਾ ਮਤਲਬ ਆਪਣੀ ਹੀ ਸੈਲਫ ਡਾਇਰੈਕਸ਼ਨ ਦੀ ਮਜ਼ਬੂਤ ਭਾਵਨਾ, ਠੀਕ ਹੈ, ਸੈਲਫ ਦਿਸ਼ਾ ਸੈਲਫ ਡਾਇਰੈਕਸ਼ਨ ਦੀ ਮਜ਼ਬੂਤ ਭਾਵਨਾ ਵਿਕਸਿਤ ਕਰਦੇ ਹੋਏ ਵਧੇਰੇ ਰੁਝੇਵੇਂ ਅਤੇ ਪ੍ਰੇਰਿਤ ਹੁੰਦੇ ਹਨ, ਠੀਕ ਹੈ। ਜੋ ਵੀ ਉਹਨਾਂ ਦੀ ਸੈਲਫ ਡਾਇਰੈਕਸ਼ਨ ਹੁੰਦੀ ਹੈ ਉਹ ਭਾਵਨਾ ਮਜ਼ਬੂਤ ਕਰਦੇ ਹੋਏ ਮਤਲਬ ਉਹਨਾਂ ਦੀ ਉਹ ਮਜ਼ਬੂਤ ਭਾਵਨਾ ਵਿਕਸਿਤ ਹੁੰਦੀ ਹੈ, ਠੀਕ ਹੈ। ਇਹ ਸਭ ਰਚਨਾਤਮਕ ਸਮੱਸਿਆ ਹੱਲ ਅਤੇ ਆਲੋਚਨਾਤਮਕ ਸੋਚ ਵਰਗੇ ਜ਼ਰੂਰੀ ਜੀਵਨ ਹੁਨਰਾਂ ਦੇ ਵਿਕਾਸ ਦਾ ਸਮਰਥਨ ਕਰਦਾ ਹੈ, ਠੀਕ ਹੈ। ਬੱਚਿਆਂ ਦਾ ਵਿੱਚ ਰਚਨਾਤਮਕ ਉਹ ਹੁੰਦਾ, ਸਮੱਸਿਆ ਦਾ ਹੱਲ ਕਰਨਾ ਬੱਚਿਆਂ ਨੂੰ ਆ ਜਾਂਦਾ ਹੈ। ਆਲੋਚਨਾਤਮਕ ਸੋਚ ਵਰਗੇ ਜਿਹੜੇ ਕਿ ਆਪਣੇ ਜੀਵਨ ਦੇ ਜ਼ਰੂਰੀ ਹੁਨਰ ਹੈ ਉਹਨਾਂ ਦੇ ਵਿਕਾਸ ਦਾ ਹੀ ਕੀ ਕਰਦਾ ਹੈ, ਸਮਰਥਨ ਕਰਦਾ ਹੈ। ਕਲੀਅਰ ਹੈ ਸਟੂਡੈਂਟਸ, ਸਮਝ ਆ ਰਿਹਾ ਜੀ ਸਾਰਿਆਂ ਨੂੰ। ਹੁਣ ਦੇਖੋ ਅੱਗੇ ਕੀ ਹੈ, ਵਿਕਾਸ ਦੇ 4 ਪਲੇਨਸ, ਠੀਕ ਹੈ। ਦ 4 ਪਲੇਨਸ ਆਫ ਡਿਵੈਲਪਮੈਂਟ,
जो विकास के 4 जहाज कह लो है ना, जहाज वैसे प्लान होएगा, इत्थे प्लान आएगा। ठीक है, ठीक है। द 4 प्लान्स ऑफ डिवेलपमेंट मोंटेसरी सिੱਖਿਆ विकास के 4 पहलुआं उत्ते जोर दिंदी है। मोंटेसरी सिੱਖਿਆ, ठीक है, जो हैगी है विकास के 4 पहलुआं उत्ते जोर दिंदी है, जो कि एक व्यक्ति के नौजवान जीवन दौरान लगभग बराबर दूरी उत्ते हुंदे हन। ठीक है, जो कि एक व्यक्ति के नौजवान जीवन दौरान लगभग बराबर दूरी ते हुंदे हन। पहला जिहड़ा प्लान हुंदा है वो की हुंदा है, जन्म तो शुरू हुंदा है ਅਤੇ लगभग 6 साल की उम्र तक फैलता है। यह शरीरिक ਅਤੇ मनोविग्यानिक विकास ਲਈ एक नाजुक समा है, क्योंकि बच्चे तेजी नाल वध रहे ਹਨ ਅਤੇ सिख रहे ਹਨ। ਜਿਹੜਾ कि पहला ਜਿਹੜਾ प्लान ਹੁੰਦਾ ਉਹ ਕੀ ਹੁੰਦਾ जी, जन्म तो शुरू ਹੁੰਦਾ। ठीक है, जो बच्चा बोर्न ਹੁੰਦਾ है, सारियां अपने आले दुआले ਦੀਆਂ चीज़ां देखता है, तो यह लगभग 6 साल की उम्र तक फैलता है। ਇਹਦੇ ਵਿੱਚ ਬੱਚੇ ਦਾ ਸਰੀਰਿਕ ਅਤੇ विज्ञानिक विकास लिए एक नाजुक समा है। ठीक है, क्योंकि बच्चे ਜਿਹੜੇ ਉਹ तेजी नाल ਵੱਧਦੇ ਨੇ ਅਤੇ ਸਿੱਖਦੇ ਨੇ। सॉरी, ठीक है, क्योंकि ਇਹਦੇ ਵਿੱਚ ਕੀ ਹੁੰਦਾ ਹੈ, ਬੱਚੇ तेजी नाल ਵੱਧ ਰਹੇ ਹੁੰਦੇ ਨੇ ਤੇ ਸਿੱਖ ਰਹੇ ਹੁੰਦੇ ਹਨ। ਦੂਜਾ ਜਿਹੜਾ ਪਲਾਨ ਹੁੰਦਾ ਹੈ, ਦੂਜਾ ਜਿਹੜਾ ਪਲੇਨ ਹੁੰਦਾ ਹੈ ਉਹ 6 ਤੋਂ 12 ਸਾਲ ਦੀ ਉਮਰ ਦੇ ਵਿਚਕਾਰ ਚੱਲਦਾ ਹੈ। ਠੀਕ ਹੈ, ਦੂਜਾ ਜਿਹੜਾ ਪਲਾਨ ਹੈ ਉਹ ਕਦੋਂ ਤੋਂ ਕਦੋਂ ਤੱਕ ਚੱਲਦਾ ਹੈ, 6 ਤੋਂ 12 ਸਾਲ ਦੀ ਉਮਰ ਦੇ ਵਿਚਕਾਰ ਚੱਲਦਾ ਹੈ, ਜਦੋਂ ਬੱਚੇ ਕਿਸ਼ੋਰ ਅਵਸਥਾ ਵਿੱਚ ਦਾਖਲ ਹੁੰਦੇ ਹਨ। ਠੀਕ ਹੈ, ਜਦੋਂ ਬੱਚੇ ਕਿੱਥੇ ਦਾਖਲ ਹੁੰਦੇ ਹੈ, ਕਿਸ਼ੋਰ ਅਵਸਥਾ ਵਿੱਚ। ਵਧੀ ਹੋਈ ਬੌਧਿਕ ਗਤੀਵਿਧੀ ਅਤੇ ਸਮਾਜਿਕ ਵਿਕਾਸ ਦੁਆਰਾ ਖੋਜ ਦਾ ਸਮਾਂ। ਠੀਕ ਹੈ, ਜੋ ਬੱਚੇ ਦੀ ਬੌਧਿਕ ਗਤੀਵਿਧੀ ਦੇ ਵਿੱਚ ਵਾਧਾ ਹੁੰਦਾ ਹੈ, ਸਮਾਜਿਕ ਵਿਕਾਸ, ਤਰਕਸ਼ੀਲ ਮਨ ਦੁਆਰਾ ਖੋਜ ਦਾ ਸਮਾਂ ਬੱਚੇ ਲਈ ਹੁੰਦਾ ਹੈ। ठीक है जी, क्लीयर है। अगे आ जाओ, तीसरा जिहड़ा कि तीसरा हुंदा है, तीसरा जो हुंदा जी प्लान किशोर अवस्था तो लैके जवानी तक फैलता है। ठीक है, मानववादी मन तक फैलता है, जदों लोग अपनी पहचान अते मनुखता दी समझ विकसित करते हैं। ठीक है, पहला कदों सी 0 to 6, फिर किशोर अवस्था दे विच बंदा जाता है, फिर किशोर अवस्था तो लैके जवानी मानववादी मन तक फैलता है, जदों लोग अपनी पहचान ਅਤੇ मनुखता की समझ विकसित करते हैं। अंत विच चौथा जिहड़ा प्लान है वो की है, प्रपिक बालकता विशेष दिमाग नूं शामिल करता है। एक समा जदों फोकस संसार विच उन्हां दे स्थान की पहचान करन उत्ते हुंदा है। ठीक है, कि उन्होंने उन्होंने स्थान की किमें, किसी ने IAS बनना है, किसी ने डॉक्टर बनना है, किसी ने इंजीनियर बनना है। ठीक है, उन्होंने फोकस होंगे संसार विच कि उन्होंने अपनी पहचान किमें बनानी है। इन्हां विचों हरेक प्लान विच विलखण चुनौतियां अते मौके हैं। चुनौतियां भी हुंदियां ने इहदे विच ते मौके भी हुंदे हैं। अते मोंटेसरी थ्योरी ते जिहड़ी मोंटेसरी थ्योरी हुंदी है, व्यक्तियां नूं उन्हां सारियां नूं नैवीगेट करन विच मदद करती है। ठीक है, जिहड़ी मोंटेसरी थ्योरी है वो व्यक्तियां नूं ਉਹ ਸਾਰੀਆਂ ਚੀਜ਼ਾਂ ਵਿੱਚ ਨੈਵੀਗੇਟ ਕਰਨ ਦੇ ਵਿੱਚ ਮਦਦ ਕਰਦੀ ਹੈ। ਬਹੁਤ ਹੀ ਇੰਟਰਸਟਿੰਗ ਲੈਕਚਰ ਸੀਗਾ ਮੇਰੇ ਹਿਸਾਬ ਨਾਲ, ਹੈ ਨਾ। ਉਸ ਤੋਂ ਬਾਅਦ ਆ ਜਾਓ ਜੀ, ਮੋਂਟੈਸਰੀ ਵਿਧੀ ਦੇ ਜਿਹੜੇ 5 ਸਿਧਾਂਤ ਨੇ। ਠੀਕ ਹੈ, 5 ਪ੍ਰਿੰਸੀਪਲਸ ਕੀ ਨੇ? ਬੱਚੇ ਲਈ ਸਤਿਕਾਰ, ਐਵੇਂ ਨਹੀਂ ਬੱਚਾ ਆਇਆ ਜੀ ਬੱਚੇ ਨੂੰ ਤੂੰ ਤੜੈਕ ਕੀਤਾ, ਗਾਲੀ ਗਲੋਚ ਕੀਤੀ, ਨਹੀਂ। ਰਿਸਪੈਕਟ ਫॉर द ਚਾਈਲਡ, ਬੱਚੇ ਨੂੰ ਪ੍ਰੋਪਰ ਰਿਸਪੈਕਟ ਮਿਲਣੀ ਚਾਹੀਦੀ ਹੈ, ਬੱਚੇ ਨੂੰ ਪ੍ਰੋਪਰ ਰਿਸਪੈਕਟ ਮਿਲਣੀ ਚਾਹੀਦੀ ਹੈ। ਸੋਖਣ ਵਾਲਾ ਮਨ, ਠੀਕ ਹੈ, ਸੋਖਣ ਵਾਲਾ ਮਨ ਦੀ ਬੱਚਾ ਹਰ ਚੀਜ਼ ਦੇਖਦਾ ਹੈ, ਹਰ ਚੀਜ਼ ਸੋਚਦਾ ਹੈ, ਹਰ ਚੀਜ਼ ਸਮਝਦਾ ਹੈ। ਉਸ ਤੋਂ ਬਾਅਦ ਸੰਵੇਦਨਸ਼ੀਲ ਦੌਰ, ਸੈਂਸਿਟਿਵ ਪੀਰੀਅਡਸ ਹੁੰਦੇ ਨੇ ਇਹ, ਸੰਵੇਦਨਸ਼ੀਲ, ਠੀਕ ਹੈ, ਸੈਂਸਿਟਿਵ। ਉਸ ਤੋਂ ਬਾਅਦ ਤਿਆਰ ਵਾਤਾਵਰਨ, ਪ੍ਰੀਪੇਅਰਡ ਇਨਵਾਇਰਮੈਂਟ, ਪ੍ਰੀਪੇਅਰਡ ਇਨਵਾਇਰਮੈਂਟ। ਉਸ ਤੋਂ ਬਾਅਦ ऑटो एजुकेशन, जो बच्चा खुद ही सीखता है। ठीक है, ऑटो एजुकेशन। 5 ਇਹਦੇ ਕੀ ਸਿਧਾਂਤ ਨੇ ਬੱਚੇ ਲਈ ਸਤਿਕਾਰ, ਦੀ ऑब्जर्वेंट माइंड, सेंसिटिव पीरियड्स, प्रिपेयर्ड इन्वायरमेंट एंड ऑटो एजुकेशन। समझ आ गया स्टूडेंट्स? समझ आ गया जी? मोंटेसरी ਦੇ ਕੀ ਫਾਇਦੇ ਹਨ? ठीक है, बच्चे
ਸਭ ਤੋਂ ਪਹਿਲਾਂ ਜੋ ਆਪਣਾ ਲੈਕਚਰ ਹੈ, ਇਸ ਲੈਕਚਰ ਨੂੰ ਮੈਂ ਇੱਥੇ ਹੀ ਖਤਮ ਕਰਦੀ ਹਾਂ ਕਿ ਮੌਂਟੈਸਰੀ ਵਿਧੀ ਦੇ 5 ਸਿਧਾਂਤ ਕੀ ਸੀ। ਠੀਕ ਹੈ, ਪਹਿਲਾਂ ਤੁਸੀਂ ਇੰਨਾ ਯਾਦ ਕਰੋ। ਠੀਕ ਹੈ, ਮੈਂ ਕਿਸੇ ਵੀ ਸਟੂਡੈਂਟ 'ਤੇ ਬਰਡਨ ਨਹੀਂ ਪਾਉਣਾ ਚਾਹੁੰਦੀ। ਪਹਿਲਾਂ ਤੁਸੀਂ ਇੱਥੇ ਤੱਕ ਯਾਦ ਕਰੋ। ਨੈਕਸਟ ਆਪਾਂ ਮੌਂਟੈਸਰੀ ਮਾਰਿਆ ਬਾਰੇ ਨੈਕਸਟ ਆਪਾਂ ਇੱਕ ਵਾਰ ਹੋਰ ਲੈਕਚਰ ਦੇ ਵਿੱਚ ਇਹਨੂੰ ਪੜਾਂਗੇ, ਮਤਲਬ ਨੈਕਸਟ ਲੈਕਚਰ ਦੇ ਵਿੱਚ ਪੜਾਂਗੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਬਹੁਤ ਹੀ ਇੰਟਰਸਟਿੰਗ ਲੱਗ ਰਿਹਾ ਹੋਊਗਾ ਅਤੇ ਸਮਝ ਵੀ ਆ ਰਿਹਾ ਹੋਏਗਾ। ਸਟੂਡੈਂਟਸ ਲਾਈਕ ਐਂਡ ਕਮੈਂਟ ਜ਼ਰੂਰ ਕਰ ਦਿਆ ਕਰੋ ਰਾਜੇ, ਅਗਰ ਤੁਹਾਨੂੰ ਅੱਛਾ ਲੱਗਦਾ ਹੈ ਤਾਂ। ਠੀਕ ਹੈ, ਤਾਂ ਕਿ ਟੀਚਰ ਵੀ ਮੋਟੀਵੇਟ ਹੋਏ ਕਿ ਮੈਂ ਹੋਰ ਅੱਛਾ ਕੰਟੈਂਟ ਬੱਚੇ ਨੂੰ ਪੜ੍ਹਾਵਾਂ। ਠੀਕ ਹੈ, ਹੋਰ ਅੱਛੀਆਂ ਚੀਜ਼ਾਂ ਬੱਚੇ ਲਈ ਲੈ ਕੇ ਆਵਾਂ ਜੋ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਸਿਲੇਬਸ ਫਸਟ ਟਾਈਮ ਐਗਜ਼ਾਮ ਦੇ ਵਿੱਚ ਆਏਗਾ। ਠੀਕ ਹੈ, ਤਾਂ ਤੁਸੀਂ ਆਪਣੇ ਵਿਊਜ਼ ਵੀ ਜ਼ਰੂਰ ਦਿਆ ਕਰੋ। ਓਕੇ ਸਟੂਡੈਂਟਸ, ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ।